बहुत ही सत्कारयोग दोस्तों, मैं अज तुहाडे नाल जिस विषय ते गल कर लग्या वो विषय है किताबां अते सोशल मीडिया। मैं अपनी गल एक साखी नाल शुरू करदा। जदों गुरु नानक देव ते मरदाना उदासियां दे उत्ते सी, एक पिंड दे विच रात हो गई, लोग इकट्ठे होए, गल्लां शुरू होईयां, गोष्ठी शुरू हुई, ਉਹਦੇ ਵਿੱਚ सवाल जवाब होए। ਉਹ ਕਰਨ ਤੋਂ ਬਾਅਦ ਅੱਧੀ ਰਾਤ ਲੋਕ ਜਦੋਂ ਘਰੇ ਚਲੇ ਗਏ ਤਾਂ ਮਰਦਾਨਾ ਬਾਬੇ ਨਾਨਕ ਨੂੰ ਕਹਿੰਦਾ ਕਿ ਹੇ ਬਾਬਾ ਨਾਨਕ, ਤੂੰ ਇਹ ਸ੍ਰਿਸ਼ਟੀ ਦਾ ਪੇੜਾ ਹੱਥਾਂ 'ਚ ਲੈ ਕੇ ਦੀਵਾਰ ਤੋਂ ਗੁੰਨਣ ਲੱਗ ਪਿਆ ਹੈ। ਕਹਿੰਦਾ ਹੇ ਬਾਬਾ ਨਾਨਕ, ਤੂੰ ਇਹ ਸ੍ਰਿਸ਼ਟੀ ਦਾ ਪੇੜਾ ਹੱਥਾਂ ਵਿੱਚ ਲੈ ਕੇ ਦੀਵਾਰ ਤੋਂ ਗੁੰਨਣ ਲੱਗ ਪਿਆ ਹੈ। ਜਦੋਂ ਚੌਥੀ ਵਾਰ ਉਹਨੇ ਇਹੀ ਗੱਲ ਕਹੀ ਤਾਂ ਬਾਬੇ ਨਾਨਕ ਨੇ ਹੱਥ ਚੱਕ ਕੇ ਰੋਕਤਾ। ਕਹਿੰਦਾ ਬਸ ਭਾਈ ਬਸ, इदों अगे हुण होर नहीं चलावना अखर कोई। जदों मैं दोस्तों साखी दे विच यह गल पढ़ी तां मैं बड़ा हैरान होया। बाबा नानक मैनूं दुनिया का बहुत वड्डा बल्कि सब तो वड्डा भाषा विग्यानी लग्या। इस तो पहला मैं पढ़िया होया सी कि तीर चलदा है, तलवार चलती है, गोली बंदूक ते हथियार चलदा है, लेकिन बाबे नानक की जुबान तो पहली बार सुनिया कि अखर भी चलदा है, शब्द भी चलता है, विचार भी चलता है। ਉਹਦੀ ਇੱਕ ਧਾਰ ਹੁੰਦੀ ਹੈ, ਉਹਦੀ ਇੱਕ ਮਾਰ ਹੁੰਦੀ ਹੈ। ਇਸ ਲਈ ਸਾਨੂੰ ਸ਼ਬਦ ਬੋਲਣ ਤੋਂ ਪਹਿਲਾਂ, ਅੱਖਰ ਬੋਲਣ ਤੋਂ ਪਹਿਲਾਂ ਉਹਦੀ ਚੋਣ ਕਰਨੀ ਚਾਹੀਦੀ ਹੈ। ਸਾਨੂੰ ਇੱਕ ਚੋਣਕਾਰ ਹੋਣਾ ਚਾਹੀਦਾ। ਹੁਣ ਜਦੋਂ ਅਸੀਂ ਇਸ ਗੱਲ ਨੂੰ ਅੱਜ ਦੇ ਦੌਰ ਨਾਲ ਜੋੜ ਕੇ ਵੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਅੱਜ ਦਾ ਬੰਦਾ ਜਿਹੜਾ ਉਹ ਚੋਣਕਾਰ ਨਹੀਂ ਹੈ, ਉਹ ਸਿਲੈਕਟਿਵ ਨਹੀਂ ਹੈ ਚੀਜ਼ਾਂ ਪ੍ਰਤੀ। ਉਹ ਵਿਅਕਤੀਆਂ, ਵਸਤੂਆਂ ਤੇ ਵਰਤਾਰਿਆਂ ਦੇ ਪ੍ਰਤੀ ਸਿਲੈਕਟਿਵ ਨਹੀਂ ਹੈ, ਚੋਣਕਾਰ ਨਹੀਂ ਹੈ। ਜੋ ਵੀ ਆ ਗਿਆ ਬਸ ਉਹੀ ਉਹਦੇ ਨਾਲ ਇੰਟਰਐਕਟ ਕਰ ਲੈਂਦਾ, ਉਹਦੇ ਨਾਲ ਹੀ ਉਹ ਅੰਤਰ ਸੰਬੰਧ ਬਣਾ ਲੈਂਦਾ। ਹੁਣ ਜਿਵੇਂ ਮਿਸਾਲ ਦੇਣੀ ਹੋਵੇ, ਮੈਂ ਵਿਸ਼ੇ ਨਾਲ ਸੰਬੰਧਿਤ ਗੱਲ ਉਸ ਨੂੰ ਮੋੜ ਕੇ ਲਿਆਵਾਂ ਤਾਂ ਇਹ ਬਣਦੀ ਹੈ ਦੋਸਤੋ ਕਿ ਸਾਡੇ ਅੱਗੇ ਦੋ ਚੀਜ਼ਾਂ ਪਈਆਂ ਨੇ ਆ ਮੇਜ਼ ਦੇ ਉੱਤੇ। ਇੱਕ ਪਾਸੇ ਹੈ ਕਿਤਾਬ, ਇੱਕ ਪਾਸੇ ਪਿਆ ਮੋਬਾਈਲ ਫੋਨ। ਹੁਣ ਕੋਈ ਬੰਦਾ ਇਸ ਕਮਰੇ ਦਾ ਮਾਲਕ ਬਾਹਰੋਂ ਆ ਕੇ ਇੱਥੇ ਕੁਰਸੀ 'ਤੇ ਬੈਠਦਾ ਹੈ ਤਾਂ ਆਧੁਨਿਕ ਸਾਡੇ ਸਮਿਆਂ ਦੇ ਇਸ ਯੁੱਗ ਦੇ ਅੱਜ ਕੱਲ੍ਹ ਦੇ ਮਨੁੱਖ ਦੀ ਇਹ ਪ੍ਰਵਿਰਤੀ ਬਣ ਚੁੱਕੀ ਹੈ, ਉਹਦਾ ਮਨੋਵਿਗਿਆਨ ਬਣ ਚੁੱਕਿਆ ਕਿ ਉਹ ਆਉਣ ਸਾਰ ਮੇਜ਼ 'ਤੇ ਪਈ ਕਿਤਾਬ ਔਰ ਮੋਬਾਈਲ ਫੋਨ ਦੇ ਵਿੱਚੋਂ ਮੋਬਾਈਲ ਫੋਨ ਦੀ ਚੋਣ ਕਰੂਗਾ ਪਹਿਲਾਂ, ਕਿਉਂਕਿ ਮੋਬਾਈਲ ਫੋਨ ਦੇ ਵਿੱਚ ਕਿੰਨਾ ਹੀ ਸੰਸਾਰ ਹੈ ਜਿਹੜਾ ਉਹਦੇ ਅੱਗੇ ਇੱਕ ਉਂਗਲੀ ਲਾਉਣ ਨਾਲ, ਸਕਰੀਨ 'ਤੇ ਟੱਚ ਕਰਨ ਨਾਲ ਖੁੱਲ੍ਹ ਜਾਂਦਾ। ਮਨੁੱਖ ਦੀ ਇਹ ਸ਼ੁਰੂ ਤੋਂ ਹੀ ਪ੍ਰਵਿਰਤੀ ਰਹੀ ਹੈ ਕਿ ਉਹ ਨਵਾਂ ਸੰਸਾਰ ਵੇਖਣਾ ਚਾਹੁੰਦਾ, ਉਹ ਨਵਾਂ ਸੰਸਾਰ ਜਿਉਣਾ ਚਾਹੁੰਦਾ। ਉਹਦੀ ਇਹ ਜਿਹੜੀ ਆਦਿਕਾਲੀ ਪ੍ਰਵਿਰਤੀ ਹੈ, ਇਸ 'ਤੇ ਅਵਚੇਤਨ ਦੇ ਵਿੱਚੋਂ ਨਿਕਲਿਆ ਹੋਇਆ ਵਿਵਹਾਰ ਹੈ ਜਿਹੜਾ, ਉਹ ਉਹਦੇ ਹੱਥ ਨੂੰ ਮੋਬਾਈਲ ਦੇ ਕੋਲ ਲੈ ਜਾਂਦਾ, ਉਹ ਚੱਕ ਕੇ ਉਹਨੂੰ ਚਲਾਉਂਦਾ। ਕਿਤਾਬ ਉਡੀਕਦੀ ਰਹਿੰਦੀ ਹੈ ਕਿ ਸ਼ਾਇਦ ਇਹ ਮੈਨੂੰ ਵੀ ਚੱਕੂਗਾ। ਉਹਦੀ ਪਹਿਲੀ ਚੋਣ ਮੋਬਾਈਲ ਫੋਨ ਹੁੰਦਾ, ਦੂਜੀ ਚੋਣ ਕਿਤਾਬ ਹੋ ਸਕਦੀ ਹੈ ਜਾਂ ਉਹ ਨਹੀਂ ਹੋ ਸਕਦੀ ਦੂਜੀ। ਲੇਕਿਨ ਸਾਡੀ ਪਰੰਪਰਾ, ਸਾਡਾ ਇਤਿਹਾਸ ਸ਼ਬਦ ਸੱਭਿਆਚਾਰ ਦਾ ਇਤਿਹਾਸ ਤੇ ਪਰੰਪਰਾ ਰਹੀ ਹੈ। ਇਹ ਸਾਡੇ ਕੋਲ ਗਿੱਧੇ ਭੰਗੜੇ ਦਾ, ਇਹ ਸਾਡੇ ਕੋਲ ਸਟੇਜ ਦਾ, ਇਹ ਜਿਹੜਾ ਡਿਜ਼ਾਈਨ ਕੀਤਾ ਹੋਇਆ, ਮੋਡੀਫਾਈ ਕੀਤਾ ਹੋਇਆ ਸੱਭਿਆਚਾਰ ਹੈ, ਇਹ ਬਾਅਦ ਦਾ ਸੱਭਿਆਚਾਰ ਹੈ। ਇਹ ਨਵੇਂ ਜ਼ਮਾਨੇ ਵੱਲੋਂ, ਨਵੇਂ ਜ਼ਮਾਨੇ ਦੇ ਮਨੁੱਖ ਵੱਲੋਂ ਡਿਜ਼ਾਈਨ ਕੀਤਾ ਹੋਇਆ, ਐਡਿਟ ਕੀਤਾ ਹੋਇਆ ਸੱਭਿਆਚਾਰ ਹੈ। ਇਹ ਸਾਡੀਆਂ ਲੋੜਾਂ ਦਾ ਸੱਭਿਆਚਾਰ ਹੈ। ਲੇਕਿਨ ਸਾਡਾ ਮੂਲ ਸੱਭਿਆਚਾਰ ਪੰਜਾਬੀ ਲੋਕਾਂ ਦਾ ਵੀ, ਹਿੰਦੁਸਤਾਨ ਦੇ ਲੋਕਾਂ ਦਾ ਵੀ ਸ਼ਬਦ ਸੱਭਿਆਚਾਰ ਹੈ। ਪੰਜਾਬ ਦੀ ਧਰਤੀ ਦੇ ਉੱਤੇ ਦੋਸਤੋ ਵੇਦ ਰਚੇ ਗਏ, ਕੁਰਾਨ ਰਚੇ ਗਏ, ਇੱਥੇ ਗ੍ਰੰਥਾਂ ਦੀ ਰਚਨਾ ਹੋਈ, ਬਾਣੀ ਲਿਖੀ ਗਈ। ਇਸ ਕਾਰਨ ਕਰਕੇ ਅਸੀਂ ਇਹ ਲਕਬ ਵਰਤਦੇ ਹਾਂ ਕਿ ਸ਼ਬਦ ਸੱਭਿਆਚਾਰ ਹੈ ਸਾਡਾ ਸੱਭਿਆਚਾਰ। ਉਹ ਇੱਕ ਕਿਤਾਬ ਦੇ ਵਿੱਚ ਬੰਦ ਹੋ ਕੇ ਉਹ ਸਾਡੇ ਟੇਬਲ 'ਤੇ, ਮੇਜ਼ 'ਤੇ ਪਿਆ ਹੁੰਦਾ, ਲੇਕਿਨ ਸਾਡੀ ਚੋਣ ਉਹ ਸੱਭਿਆਚਾਰ ਨਹੀਂ ਹੁੰਦਾ। ਸਾਡੀ ਚੋਣ ਮੀਡੀਆ, ਸੋਸ਼ਲ ਮੀਡੀਆ, ਮੋਬਾਈਲ ਦੇ ਰਾਹੀਂ, ਕੰਪਿਊਟਰ ਦੇ ਰਾਹੀਂ, ਲੈਪਟਾਪ ਰਾਹੀਂ, ਜਿੰਨੇ ਵੀ ਸਾਡੇ ਕੋਲ ਗੈਜਟਸ ਨੇ, ਉਹਨਾਂ ਦੇ ਰਾਹੀਂ ਅਸੀਂ ਉਸ ਨੂੰ ਪ੍ਰੈਫਰੈਂਸ ਦਿੰਦੇ ਹਾਂ, ਉਹਨੂੰ ਪਹਿਲ ਦਿੰਦੇ ਹਾਂ। ਸਾਡੀ ਚੋਣ ਉਹ ਹੁੰਦੀ ਹੈ। ਹੁਣ ਉਹ ਚੋਣ ਹੈ ਜਿਹੜੀ, ਉਹ ਸਾਨੂੰ ਸੋਹਣਾ ਬਣਨ ਵਾਸਤੇ ਕਹਿੰਦੀ ਹੈ। ਇਸ ਕਾਰਨ ਕਰਕੇ ਅੱਜ ਦਾ ਮਨੁੱਖ ਹੈ ਜਿਹੜਾ, ਉਹ ਆਪਣੇ ਆਪ ਨੂੰ ਸੋਹਣਾ ਬਣਾ ਕੇ ਪੇਸ਼ ਕਰਨ ਦੇ ਚੱਕਰ 'ਚ ਆ।
ਉਹ ਆਪਣੇ ਆਪ ਨੂੰ ਸਿਆਣਾ ਬਣਾ ਕੇ ਪੇਸ਼ ਕਰਨ ਦੇ ਚੱਕਰ 'ਚ ਨਹੀਂ ਹੈ। ਮੋਬਾਈਲ ਦੀ ਮੰਗ ਤੁਹਾਡਾ ਸੋਹਣਾ ਬਣਨਾ, ਤੁਹਾਨੂੰ ਸੋਹਣਾ ਬਣਾਉਂਦਾ। ਕਿਤਾਬ ਦੀ ਮੰਗ, ਕਿਤਾਬ ਦਾ ਕਾਰਜ ਤੁਹਾਨੂੰ ਸਿਆਣਾ ਬਣਾਉਣਾ, ਉਹ ਤੁਹਾਨੂੰ ਸਿਆਣਾ ਬਣਾਉਂਦੀ ਹੈ। ਇਸੇ ਕਰਕੇ ਸਾਡੇ ਬਾਬਿਆਂ ਨੇ ਕਿਹਾ ਕਿ ਕਿਤਾਬ ਮਨੁੱਖ ਦੀ ਸੱਚੀ ਦੋਸਤ ਹੁੰਦੀ ਹੈ। ਕਿਤਾਬ ਦੇ ਵਿੱਚ ਲਿਖਿਆ ਹੋਇਆ ਇੱਕ ਇੱਕ ਅੱਖਰ ਜਿਹਨੂੰ ਤੁਸੀਂ ਪੜ੍ਹ ਲੈਂਦੇ ਹੋ, ਉਹ ਕਦੇ ਤੁਹਾਡੇ ਅੰਦਰ ਡਿਲੀਟ ਨਹੀਂ ਹੁੰਦਾ। ਮੈਂ ਕਿਸੇ ਵੇਲੇ ਇੱਕ ਕਹਾਣੀ ਲਿਖੀ ਸੀ, ਖਤ ਲਈ ਸ਼ੁਕਰੀਆ। ਉਸ ਕਹਾਣੀ ਦੇ ਵਿੱਚ ਇੱਕ ਪਾਤਰ ਗੱਲ ਕਰਦਾ ਹੈ, ਕਹਿੰਦਾ ਕਿ ਜਦੋਂ ਕੋਈ ਬੰਦਾ ਕਿਸੇ ਬੰਦੇ ਨੂੰ ਖਤ ਲਿਖਦਾ, ਚਿੱਠੀ ਲਿਖਦਾ ਹੈ, ਤਾਂ ਲਿਖਣ ਵਾਲਾ ਜਿਹਦਾ ਹੱਥ ਹੈ, ਜਿਹੜਾ ਉਂਗਲੀਆਂ ਦੇ ਪੋਟੇ ਨੇ ਜਿਹੜੇ, ਉਹ ਕਾਗਜ਼ ਦੇ ਉੱਤੇ ਐਂ ਘਿਸਰਦੇ ਨੇ। ਉਹਦੇ ਜਿਸਮ ਤੋਂ ਲੈ ਕੇ ਰੂਹ ਦੀ ਸਾਰੀ ਫ੍ਰੈਗਰੈਂਸ ਹੈ, ਜਿਹੜੀ ਖੁਸ਼ਬੂ ਹੈ, ਉਹ ਹੱਥ ਘਿਸਰਨ ਨਾਲ, ਉਂਗਲੀ ਦੇ ਪੋਟਿਆਂ ਨਾਲ ਉਹ ਅੱਖਰਾਂ ਰਾਹੀਂ ਕਾਗਜ਼ ਦੇ ਉੱਤੇ ਚਲੀ ਜਾਂਦੀ ਹੈ। ਫਿਰ ਉਹ ਖੱਤ ਜਦੋਂ ਸਾਹਮਣੇ ਵਾਲੇ ਪੜ੍ਹਨ ਵਾਲੇ ਕੋਲ ਜਾਂਦਾ ਹੈ, ਤਾਂ ਜਦੋਂ ਉਹ ਪੜ੍ਹਦਾ ਖੋਲ੍ਹ ਕੇ, ਉਸ ਨੂੰ ਲਿਖਣ ਵਾਲੇ ਦੇ ਹੱਥਾਂ ਦੀ ਖੁਸ਼ਬੂ ਆਉਂਦੀ ਹੈ ਉਹਦੇ 'ਚ। ਜਿਹੜੀ ਸ਼ਬਦ ਹੈ, ਜਿਹੜਾ ਲਿਖਤ ਹੈ, ਜਿਹੜੀ ਕਿਤਾਬ ਹੈ, ਜਿਹੜਾ ਕਾਗਜ਼ ਹੈ, ਉਹ ਇੰਨੀ ਬਰੀਕੀ ਦੇ ਨਾਲ ਉਹ ਸ਼ਬਦ ਸੱਭਿਆਚਾਰ ਮਨੁੱਖ ਦੀ ਜ਼ਿੰਦਗੀ ਨਾਲ, ਉਹਦੀ ਦੇਹ ਤੇ ਰੂਹ ਦੇ ਨਾਲ ਜੁੜਿਆ ਹੋਇਆ ਹੈ। ਲੇਕਿਨ ਅਫਸੋਸ ਕਿ ਸੋਸ਼ਲ ਮੀਡੀਆ ਦੀ ਹਨੇਰੀ ਦੇ ਵਿੱਚ ਅਸੀਂ ਕਿਤਾਬਾਂ, ਅਸੀਂ ਚਿੱਠੀਆਂ, ਇਹ ਖੱਤ ਨੇ ਜਿਹੜੇ, ਬਹੁਤ ਪਿੱਛੇ ਛੱਡ ਆਏ ਹਾਂ। ਹੁਣ ਅਸੀਂ ਇੱਕ ਕਾਹਲ ਦੇ ਵਿੱਚ ਆ। ਅਸੀਂ ਹੋਰ ਭਾਵੇਂ ਕਿ ਗੁਰਬਾਣੀ ਦੇ ਵਿੱਚ ਕਿਹਾ ਗਿਆ ਕਿ ਧਰਤੀ ਹੋਰ ਪਰੇ ਹੋਰ, ਲੇਕਿਨ ਸਾਡੀ ਸਪੀਡ ਇੰਨੀ ਵੱਧ ਗਈ ਹੈ ਕਿ ਸਾਡੇ ਕੋਲ ਪਹਿਲਾਂ 2G ਆਉਂਦਾ, ਫਿਰ 3G ਆਉਂਦਾ, ਫਿਰ 4G ਆਉਂਦਾ, ਹੁਣ 5G ਆ ਗਿਆ, ਤਾਂ ਕਿ ਤੁਹਾਨੂੰ ਇੱਕ ਕਿਣਕਾ ਵੀ, ਇੱਕ ਕਤਰਾ ਵੀ ਐ ਰੁਕਾਵਟ ਨਾ ਬਣੇ ਤੁਹਾਡੀ ਸਪੀਡ 'ਚ। ਪਾਣੀ ਵਾਂਗ ਚੱਲੇ, ਤੁਹਾਡੀ ਉਂਗਲੀ ਟੱਚ ਹੋਈ ਤੇ ਉਹ ਗਿਆ ਲੱਖਾਂ ਕਿਲੋਮੀਟਰ ਦੀ ਦੂਰ, ਤੁਹਾਡੀ ਗੱਲ, ਤੁਹਾਡੀ ਫੋਟੋ, ਤੁਹਾਡੀ ਚੀਜ਼। ਇੰਨੀ ਸਪੀਡ ਵੱਧ ਗਈ ਹੈ ਮਨੁੱਖ ਦੀ, ਫਾਸਟ ਲਾਈਫ ਹੈ। ਸੋ ਇਸ ਫਾਸਟ ਲਾਈਫ ਬਾਰੇ ਸਾਡੇ ਕੋਲ ਇੱਕ ਪਾਤਰ ਸਾਹਿਬ ਦਾ ਸ਼ੇਅਰ ਮਿਲਦਾ ਹੈ, ਕਹਿੰਦਾ ਗੱਡੀ ਚੜ੍ਹਨ ਦੀ ਕਾਹਲ ਬੜੀ ਸੀ, ਕੀ ਕੁਛ ਰਹਿ ਗਿਆ ਉੱਥੇ, ਕਈ ਹਜ਼ਾਰ ਰੁੜਦੀਆਂ ਚਿੱਠੀਆਂ ਤੇ ਮੇਰਾ ਸਿਰਨਾਮਾ। ਹੁਣ ਆਪਣਾ ਸਿਰਨਾਮਾ, ਆਪਣੀਆਂ ਚਿੱਠੀਆਂ ਛੱਡ ਕੇ ਬੰਦਾ ਗੱਡੀ ਚੜ੍ਹ ਗਿਆ। ਗੁਰਦਾਸ ਮਾਨ ਨੇ ਇੱਕ ਗੀਤ ਦੇ ਵਿੱਚ ਕਿਹਾ ਦੋਸਤੋ, ਕਹਿੰਦਾ ਸਭ ਨੇ ਆਪਣੇ ਪਿੰਡ ਦੀ ਬਾਠ ਮਗਾਉਣੀ ਏ, ਜਿੱਥੇ ਜਿਹਦਾ ਮੋੜ ਸਵਾਰੀ ਉਤਰ ਗਈ, ਬੈਠੀ ਸਾਡੇ ਨਾਲ ਸਵਾਰੀ ਉਤਰ ਗਈ। ਹੁਣ ਸਵਾਰੀ ਕਿੱਥੇ ਉਤਰ ਗਈ, ਸਵਾਰੀ ਨੇ ਉਤਰਨਾ ਕਿੱਥੇ ਹੈ, ਇਹ ਬਹੁਤ ਵੱਡਾ ਚੋਣ ਦਾ ਮਸਲਾ। ਤੁਹਾਡਾ ਸਹੀ ਸਿਰਨਾਮਾ, ਤੁਹਾਡਾ ਸਹੀ ਸਟੇਸ਼ਨ, ਤੁਹਾਡਾ ਸਟਾਪੇਜ, ਬੱਸ ਅੱਡਾ, ਤੁਹਾਡਾ ਪਿੰਡ ਹੈ ਜਿਹੜਾ, ਉਹ ਕਿਤਾਬ ਦੇ ਵਿੱਚ ਦਰਜ ਹੈ, ਸੋਸ਼ਲ ਮੀਡੀਆ ਦੇ ਵਿੱਚ ਵੀ ਦਰਜ ਹੈ, ਮੋਬਾਈਲ ਦੇ ਵਿੱਚ ਵੀ ਦਰਜ ਹੈ, ਲੇਕਿਨ ਉਹ ਇੱਕ ਬਟਨ ਦੱਬਣ ਨਾਲ ਡਿਲੀਟ ਹੋ ਜਾਂਦਾ ਹੈ। ਕਿਤਾਬ ਤੇ ਖੱਤ ਦੋਸਤੋ ਕਦੇ ਡਿਲੀਟ ਨਹੀਂ ਹੁੰਦੇ। ਇਹ ਹਮੇਸ਼ਾ ਵਾਸਤੇ ਤੁਹਾਡੀ ਮੈਮਰੀ ਦੇ ਵਿੱਚ, ਤੁਹਾਡੀ ਰੂਹ 'ਚ, ਤੁਹਾਡੇ ਵਸੀਤਨ 'ਚ, ਤੁਹਾਡੀਆਂ ਸੋਚਾਂ ਤੇ ਖਿਆਲਾਂ 'ਚ ਸੇਵ ਹੋ ਜਾਂਦੇ ਨੇ, ਸੁਰੱਖਿਅਤ ਹੋ ਜਾਂਦੇ ਨੇ। ਤੁਸੀਂ ਕਦੇ ਵੀ ਆਪਣੇ ਇੱਥੇ ਮੱਥੇ ਤੇ ਜਿੱਥੇ ਬਿੰਦੀ ਲਾਈਂਦੀ ਹੈ, ਧਿਆਨ ਧਰ ਕੇ ਕਦੇ ਯਾਦ ਕਰੋ, ਕਿਤਾਬ ਪੰਨੇ ਪਲਟੂਗੀ। ਕਹਿੰਦਾ ਅਜੀਬ ਦੁਨੀਆ ਹੈ ਪੁਸਤਕਾਂ ਦੀ, ਨਾ ਥਾਂ ਪਾਈ ਨਾ ਅੰਤ ਪਾਇਆ, ਗਿਆ ਸੀ ਸ਼ਬਦਾਂ ਦੀ ਖੇਡ ਜਿੱਤਣ, ਪਰ ਮੈਂ ਜ਼ਿੰਦਗੀ ਨੂੰ ਹੀ ਹਾਰਾਇਆ। ਕਿਤਾਬ ਨਾਲ ਜੁੜ ਕੇ, ਸ਼ਬਦਾਂ ਦੇ ਨਾਲ ਜੁੜ ਕੇ ਜਿਹੜੀ ਹਾਰ ਪ੍ਰਾਪਤ ਹੁੰਦੀ ਹੈ, ਅਸਲ ਦੇ ਵਿੱਚ ਉਹੀ ਜਿੱਤ ਹੁੰਦੀ ਹੈ ਮਨੁੱਖ ਦੀ। ਕਿਤਾਬ ਬੰਦੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਦੀ ਹੈ ਦੋਸਤੋ, ਕਿਉਂਕਿ ਇਹ ਸਾਡੀ ਸੱਚੀ ਦੋਸਤ ਹੁੰਦੀ ਹੈ, ਇਹ ਕਦੇ ਡਿਲੀਟ ਨਹੀਂ ਹੁੰਦੀ, ਇਹ ਤੁਹਾਡਾ ਇੰਤਜ਼ਾਰ ਕਰਦੀ ਹੈ। ਇਹ ਆਫਲਾਈਨ ਸੰਸਾਰ ਹੈ ਕਿਤਾਬਾਂ ਦਾ। ਪਰ ਅੱਜ ਦਾ ਮਨੁੱਖ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਸ ਨੂੰ ਛੱਡ ਕੇ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਦੂਰ ਚਲਿਆ ਗਿਆ, ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਉਹ ਬੰਦਾ ਮੌਤ ਦੇ ਬਹੁਤ ਨਜ਼ਦੀਕ ਪਹੁੰਚ ਗਿਆ। ਅਸੀਂ ਮਨੁੱਖ ਨੇ ਹੁਣ ਤੱਕ, ਸਾਇੰਸ ਨੇ ਹੁਣ ਤੱਕ, ਦੁਨੀਆ ਨੇ ਹੁਣ ਤੱਕ ਜਿੰਨੀ ਵੀ ਟੈਕਨੋਲੋਜੀਕਲ ਤਰੱਕੀ ਕੀਤੀ ਹੈ, ਪਿੱਛੇ ਜੇ 2020 ਦੇ ਵਿੱਚ ਆਇਆ ਹੋਇਆ ਕਰੋਨਾ ਵਾਇਰਸ, ਉਹਦਾ ਸਾਈਡ ਇਫੈਕਟ ਸੀ, ਹੋਰ ਕੁਝ ਨਹੀਂ। ਇਹ ਤੇਜ਼ ਹੋ ਗਈ ਹੈ ਰਫ਼ਤਾਰ ਤਰੱਕੀ ਦੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਵਾਇਰਸ ਆਉਣਗੇ, ਜਿਵੇਂ ਮੋਬਾਈਲ ਦੇ ਵਿੱਚ ਆ ਜਾਂਦੇ ਨੇ, ਸਾਰਾ ਹੈਂਗ ਹੋ ਜਾਂਦਾ, ਲਾਈਫ ਹੈਂਗ ਹੋ ਜਾਂਦੀ ਹੈ ਦੋਸਤੋ, ਮਨੁੱਖ ਹੈਂਗ ਹੋ ਜਾਂਦਾ ਹੈ। ਉਹ ਤੁਰਦਾ ਉਦੋਂ ਹੈ, ਉਹਨੂੰ ਗਤੀ ਉਦੋਂ ਮਿਲਦੀ ਹੈ ਜਦੋਂ ਉਹਦੇ ਹੱਥ 'ਚ ਕਿਤਾਬ ਹੁੰਦੀ ਹੈ। ਇਸ ਲਈ ਆਚਾਰੀਆ ਰਜਨੀਸ਼ ਨੇ ਕਿਹਾ, ਕਹਿੰਦਾ ਵਿਜ਼ਡਮ ਇਜ਼ ਏ ਸੌਂਗ,
ਸਿਆਣਪ ਇੱਕ ਗੀਤ ਹੈ, ਜਿਸ ਨੇ ਉਗਾਇਆ ਉਸ ਨੇ ਉਹ ਪਾ ਲਿਆ ਜਿਹੜਾ ਕੁਝ ਪਾਉਣਾ ਸੀ। ਅਸੀਂ ਸ਼ਬਦ ਦੇ ਨਾਲ, ਅਸੀਂ ਕਿਤਾਬ ਦੇ ਨਾਲ ਜੁੜੀਏ। ਮੇਜ਼ ਤੇ ਪਈਆਂ, ਸਾਡੇ ਸਾਹਮਣੇ ਪਈਆਂ ਮੋਬਾਈਲ ਤੇ ਕਿਤਾਬ ਦੇ ਵਿੱਚੋਂ ਦੋ ਚੀਜ਼ਾਂ ਦੇ ਵਿੱਚੋਂ ਸਾਡੀ ਪਹਿਲੀ ਚੋਣ ਕਿਤਾਬ ਹੋਣੀ ਚਾਹੀਦੀ ਹੈ। ਕਿਤਾਬ ਹੋਵੇ, ਕਿਉਂਕਿ ਅਸੀਂ ਸ਼ੁਰੂ ਤੋਂ ਲੈ ਕੇ ਸਾਡਾ ਸੱਭਿਆਚਾਰ ਹੈ ਕਿਤਾਬ ਦੇ ਬੰਦੇ, ਅਸੀਂ ਇਹਦੇ ਬੰਦੇ ਬਾਅਦ ਦੇ ਵਿੱਚ ਬਣੇ ਆ। ਇਹ ਸਾਨੂੰ ਨਾ ਚਲਾਵੇ। ਸੋਸ਼ਲ ਮੀਡੀਆ ਸਾਨੂੰ ਚਲਾਉਂਦਾ ਹੈ, ਕਿਤਾਬ ਸਾਨੂੰ ਤੋਰਦੀ ਹੈ। ਚੱਲਣ ਤੇ ਤੁਰਨ 'ਚ ਬਹੁਤ ਫਰਕ ਹੈ ਦੋਸਤੋ। ਇਸ ਲਈ ਜੇ ਸਾਡੀ ਚੋਣ ਸਹੀ ਹੋਊਗੀ, ਸਾਡਾ ਤੁਰਨਾ, ਸਾਡਾ ਚੱਲਣਾ ਸਹੀ ਹੋਊਗਾ। ਇਹਨਾਂ ਹੀ ਸ਼ਬਦਾਂ ਦੇ ਨਾਲ ਕਿਤਾਬਾਂ ਦੀ ਦੁਨੀਆ ਤੁਹਾਡੇ ਨਾਮ ਕਰਦਾ ਹੋਇਆ ਬਹੁਤ ਬਹੁਤ ਸ਼ੁਕਰੀਆ।